ਵੈਲਕਮ ਬੈਕ ਟੂ ਨਿਊਜ਼ TV 84। ਹੁਣ ਅਸੀਂ ਬ੍ਰੇਕ ਤੋਂ ਬਾਅਦ ਅਸੀਂ ਸਿਆਟਲ ਤੋਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਜੀ ਨਾਲ ਗੱਲਬਾਤ ਕਰਦੇ ਹਾਂ, ਜਿਹੜੇ ਕਿ ਗੁਰਬਾਣੀ ਟਿਊਟਰ ਦੇ ਨਿਰਮਾਤਾ ਹਨ ਅਤੇ ਮੀਡੀਆ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ। ਤਾਂ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਿਆਟਲ ਤੋਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਮੇਰੇ ਵੱਲੋਂ ਸਾਰੇ TV 84 ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਅਰਜ਼ ਹੈ ਜੀ। ਆਸ ਕਰਦਾ ਕਿ ਪ੍ਰਵਾਨ ਕਰਨਗੇ ਜੀ। ਬਿਲਕੁਲ। ਤੇ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਵਾਸੀ ਪੰਜਾਬੀ ਸੰਮੇਲਨ ਦੇ ਵਿੱਚ ਬਾਹਰਲੀਆਂ ਗਰਮ ਖਿਆਲੀ ਜਥੇਬੰਦੀਆਂ ਨੂੰ ਮਦਦ ਨਾ ਦੇਣ ਦੀ ਕਾਲ ਦਿੱਤੀ ਹੈ, ਇਸ ਬਾਰੇ ਤੁਸੀਂ ਕੀ ਖਿਆਲ ਰੱਖਦੇ ਹੋ? ਇਹ ਜਾਣਕਾਰੀ ਦਿਓ। ਹਾਂਜੀ, ਬੜਾ ਵੈਸੇ ਇਹ ਬਿਆਨ ਬੜਾ ਹਾਸੋਹੀਣਾ ਸੀ ਜਦੋਂ ਇਹ ਪੜ੍ਹਿਆ ਇਹ ਗੱਲਬਾਤ ਜੀ। ਜੇ ਥੋੜਾ ਜਿਹਾ ਪਿਛੋਕੜ ਜਾਈਏ ਤੇ ਇਸ ਤੋਂ ਪਹਿਲੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਇਹ ਗੱਲ ਕੈਨੇਡਾ ਨੂੰ ਅਪੀਲ ਕਰ ਚੁੱਕੇ ਨੇ। ਹਾਂਜੀ, ਕਿ ਇਹਨਾਂ ਦੇ ਜਿਹੜਾ ਥੋੜੀ ਜਿਹੀ ਨਿਗਾਹ ਰੱਖੀ ਜਾਏ। ਮੈਂ ਇਹਦੇ ਵਾਸਤੇ ਛੋਟੀ ਜਿਹੀ ਮਿਸਾਲ ਦੇਣੀ ਚਾਹਾਂਗਾ ਪਿਛੋਕੜ ਚ ਜੀ, ਕਿ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਥੋੜਾ ਜਿਹਾ ਪਾਣੀ ਦਾ ਫੈਸਲਾ ਕੀਤਾ ਨਾ, ਹਾਲਾਂਕਿ 1/4 ਹਿੱਸਾ ਸਾਨੂੰ ਚ ਇਨਸਾਫ ਮਿਲਿਆ ਸੀ ਤੇ ਇਹਦੇ ਬਾਵਜੂਦ ਵੀ ਵਿਦੇਸ਼ੀ ਸਿੱਖਾਂ ਨੇ ਉਹਨੂੰ ਹੱਥਾਂ ਤੇ ਚੁੱਕ ਲਿਆ ਸੀ। ਹਾਂਜੀ, ਪਤਾ ਨਹੀਂ ਇਹਨਾਂ ਨੂੰ ਕਿਉਂ, ਜਦੋਂ ਬੇਇਨਸਾਫੀਆਂ ਤੇ ਇਹਨਾਂ ਨੇ ਆਪ ਕਰਨੇ ਨੇ। ਮੇਰੇ ਕੋਲ ਹੋਰ ਵੀ ਮਿਸਾਲਾਂ ਨੇ, ਪਰ ਮੈਂ ਟਾਈਮ ਦੀ ਸ਼ਾਰਟਕਟ ਕੋਸ਼ਿਸ਼ ਕਰਾਂਗਾ ਕਿ ਜਿੰਨਾ ਕਿ ਮੈਂ ਉਹਦੇ ਚ ਘੱਟ ਤੋਂ ਘੱਟ ਉਹਦੇ ਚ ਗੱਲ ਕਰ ਸਕਾਂ, ਮਿਸਾਲ ਦੇ ਸਕਾਂ। ਹਾਂਜੀ, ਕਿ ਮਨਪ੍ਰੀਤ ਬਾਦਲ ਆਇਆ, ਉਹਨੇ ਰੈਲੀਆਂ ਰੱਖੀਆਂ, ਹਾਲੇ ਆਸ ਦੀ ਉਹਨਾਂ ਨੂੰ ਇਨਸਾਫ ਕੋਈ ਨਹੀਂ ਮਿਲਿਆ, ਸਾਨੂੰ ਸਿਰਫ ਇੱਕ ਆਸ ਦੀ ਕਿਰਨ ਜਾਗੀ। ਤੇ ਸਰੀ ਦੇ ਵਿੱਚ ਹੀ ਤੁਸੀਂ ਲਾ ਲਓ, ਕੈਨੇਡਾ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਇਕੱਠ ਨੂੰ ਸੁਣਨ ਵਾਸਤੇ ਚਲਾ ਗਿਆ। ਹਾਂਜੀ, ਇਹਨਾਂ ਵਿਦੇਸ਼ੀ ਵਾਸਤੇ ਸਿੱਖ ਜਿੱਥੋਂ ਉਹਨਾਂ ਨੂੰ ਉਹ ਇਨਸਾਫ ਭਾਲਦੇ ਨੇ ਜੀ, ਉਹ ਜਿੱਥੋਂ ਕਿਤੇ ਇਨਸਾਫ ਦੀ ਕਿਰਨ ਵੀ ਨਜ਼ਰ ਆਉਂਦੀ ਉਧਰ ਨੂੰ ਭੱਜ ਤੁਰਦੇ ਨੇ। ਹਾਂਜੀ, ਆਹੋ ਇਹੋ ਕੇਜਰੀਵਾਲ ਵਾਲੇ ਮਸਲਾ ਹੀ ਹੁਣ ਤੁਸੀਂ ਲੈ ਲਓ, ਇਹਦੇ ਵਿੱਚ ਵੀ ਹਨਾ ਅਜੇ ਕੁਝ ਵੀ ਨਹੀਂ ਵਾਪਰਿਆ, ਸਿਰਫ ਉਹਦੇ ਨੂੰ ਭੱਜ ਤੁਰੇ ਨੇ ਜੀ। ਸਵਾਲ ਸਿਰਫ ਇਹਨਾਂ ਨੂੰ ਪਤਾ ਨਹੀਂ ਅਸੀਂ ਕਿਉਂ ਏਦਾਂ ਲੱਗਦੇ ਆ, ਕਿ ਗਰਮ ਖਿਆਲੀ ਅਸੀਂ ਇਹਨਾਂ ਨੂੰ ਕਿਉਂ ਲੱਗਦੇ ਆ। ਇਨਸਾਫ ਇਹ ਲੋਕ ਆਪ ਨਹੀਂ ਕਰਦੇ। ਹਾਂਜੀ, ਤੇ ਬਦਨਾਮ ਦੂਜਿਆਂ ਨੂੰ ਕਰਦੇ ਨੇ। ਇਹ ਇੱਕ ਜਿਹਨੂੰ ਰਾਜਨੀਤਿਕ ਪ੍ਰਾਪੇਗੰਡਾ ਜਿਹਨੂੰ ਕਹਿੰਦੇ ਨੇ, ਕਿਉਂਕਿ ਪ੍ਰਾਪੇਗੰਡਾ ਵੀ ਇੱਕ ਵੱਡਾ ਹਥਿਆਰ ਹੈ ਸਿਆਸਤਦਾਨਾਂ ਦਾ ਜੀ, ਕਿ ਵੱਧ ਤੋਂ ਵੱਧ ਪ੍ਰਾਪੇਗੰਡਾ ਇੰਨਾ ਕਰਦੇ ਹੋ ਕਿ ਲੋਕਾਂ ਨੂੰ ਪਤਾ ਲੱਗੇ ਕਿ ਰਿਐਲਿਟੀ ਕੀ ਹੈ। ਹਾਂਜੀ, ਮੈਂ ਨਾ ਸੰਮੇਲਨ 'ਚ ਜਾਣ ਵਾਲਿਆਂ ਦੀ ਗੱਲ ਕਰਦਾ, ਬਹੁਤਾਤ ਉਹਨਾਂ ਲੋਕਾਂ ਦੀ ਹੈ ਜਿਹੜੇ ਸਿਰਫ ਫੋਟੋ ਖਿਚਾਉਣ ਦੇ ਸ਼ੌਕੀ ਨੇ। ਪਿਛਲੇ ਸੰਮੇਲਨ ਦੇ ਵਿੱਚ ਇੱਥੇ ਜਿਹੜੇ ਵੱਡੇ ਵੱਡੇ ਮੀਡੀਆ ਨਾਲ ਸੰਬੰਧਿਤ ਲੋਕ ਗਏ ਤੇ ਉਹਨਾਂ ਦੀ ਜਿਹੜੀ ਸਟੇਟਮੈਂਟ ਸੀ ਇੰਨੀ ਹਾਸੋਹੀਣੀ ਸੀ ਯਾਰ, ਕਹਿੰਦੇ ਹੋਰ ਨਹੀਂ ਕੁਛ ਤੇ ਚਲੋ ਇੱਕ ਚਾਹ ਦਾ ਕੱਪ ਪੀਣ ਦਾ ਮੌਕਾ ਮਿਲ ਗਿਆ ਸੁਖਬੀਰ ਸਿੰਘ ਬਾਦਲ ਨਾਲ। ਹਾਂਜੀ, ਆਹ ਸੋਚ ਇਹਨਾਂ ਲੋਕਾਂ ਦੀ ਜੀ, ਜਿਹੜੀ ਇਹ ਗੱਲ ਕਰਦੇ ਉੱਥੇ ਕੋਈ ਮਸਲਿਆਂ ਦੀ, ਵਿਦੇਸ਼ੀ ਸਿੱਖਾਂ ਦੇ ਮਸਲਿਆਂ ਦੀ। ਮੈਂ ਛੋਟੀ ਛੋਟੀਆਂ ਦੋ ਕੁ ਮਿਸਾਲਾਂ ਤੁਹਾਨੂੰ ਦੇਣੀਆਂ ਚਾਹਾਂਗਾ ਜੀ। ਬਿਲਕੁਲ, ਮੇਰੇ ਆਪਣੀ ਗੱਲ ਹੈ। ਮੈਂ ਲਿਖਿਆ ਸੀ ਜਦੋਂ ਇੱਥੇ ਸਾਰਿਆਂ ਨੂੰ, ਜਦੋਂ ਦੂਸਰੀ ਟਰਮ ਦੇ ਵਿੱਚ ਜਿੱਤੇ ਨੇ ਤੇ ਇੱਥੇ ਸੁਰਜੀਤ ਸਿੰਘ ਰੱਖੜਾ ਸਾਹਿਬ ਉਹਨਾਂ ਨੂੰ ਇਹਨਾਂ ਨੇ ਭੇਜਿਆ ਵਿਦੇਸ਼ੀ ਦੌਰੇ ਵਾਸਤੇ ਵੀ ਹੁਣ ਇੱਥੇ ਵੀ ਕਬਜ਼ਾ ਕਰੀਏ, ਬਾਹਰ ਵੀ ਇੱਥੇ ਤਾਂ ਅਸੀਂ ਫਤਿਹ ਪਾ ਲਿਆ ਸਾਰਾ ਕੁਛ। ਤੇ ਉਦੋਂ ਮੈਂ ਇੱਕ ਚਿੱਠੀ ਲਿਖੀ ਸੀ, ਇੱਥੇ ਮੈਨੂੰ ਨਿਊਯਾਰਕ ਤੋਂ ਇੱਕ ਕੱਲ ਵੀ ਆਈ ਉਸ ਵਿਸ਼ੇ ਤੇ। ਹਾਂਜੀ, ਮੇਰਾ ਇੱਕ ਜ਼ਮੀਨ ਦੀ ਤਕਸੀਮ ਦਾ ਕੇਸ 29 ਸਾਲ ਤੋਂ ਅਦਾਲਤਾਂ ਵਿੱਚ ਰੁਲ ਰਿਹਾ ਹੈ। ਹਾਂਜੀ, ਇਹ ਇਹਨਾਂ ਦਾ ਕੈਲੀਫੋਰਨੀਆ ਬਣਾਇਆ ਹੋਇਆ ਹੈ, ਜਿਹਨੂੰ ਇਹ ਕਹਿੰਦੇ ਨੇ ਪੰਜਾਬ ਨੂੰ ਅਸੀਂ ਕੈਲੀਫੋਰਨੀਆ ਬਣਾ ਦਿਆਂਗੇ। ਉਸ ਕੈਲੀਫੋਰਨੀਆ ਦੇ ਵਿੱਚ 29 ਸਾਲ ਤੋਂ ਮੇਰਾ ਇੱਕ ਜ਼ਮੀਨ ਦੀ ਤਕਸੀਮ ਦਾ ਕੇਸ ਰੁਲ ਰਿਹਾ ਹੈ। ਇਹ ਵਿਦੇਸ਼ੀਆਂ ਦੇ ਮਸਲੇ ਹੱਲ ਕਰਨ ਡਏ ਨੇ। ਪਤਾ ਨਹੀਂ ਇਹ ਲੋਕ ਜਿਹੜੇ ਜਾਂਦੇ ਨੇ ਇਹ ਕਿਉਂ ਸਵਾਲ ਨਹੀਂ ਕਰਦੇ, ਕਿਉਂ ਨਹੀਂ ਇਹ ਸਵਾਲ ਪੁੱਛਦੇ ਇਹਨਾਂ ਨੂੰ ਜੀ। 1980-81 ਦੇ ਵਿੱਚ ਜਦੋਂ ਇਹ ਧਰਮ ਯੁੱਧ ਮੋਰਚਾ ਇਹਨਾਂ ਨੇ ਲਾਇਆ ਹੈ, ਬੜਾ ਖੈਰ ਇਹਦੀਆਂ ਬੇਵਫਾਈਆਂ ਦਾ, ਇਹਦੀ ਸੇਵਾ ਦਾ ਤੇ ਬੜਾ ਲੰਬਾ ਚਿੱਠਾ। ਪਰ ਮੈਂ ਟਾਈਮ ਸੀਮਿਤ ਹੋਣ ਕਰਕੇ ਇੱਕ ਦੋ ਮਿਸਾਲਾਂ ਜ਼ਰੂਰ ਦੇਣੀਆਂ ਜਿਹੜੀਆਂ ਜ਼ਿਆਦਾ ਇੰਪੋਰਟੈਂਟ ਨੇ ਦੇਣੀਆਂ ਚਾਹਾਂਗਾ ਜੀ। ਉਸ ਮੰਗ ਪੱਤਰ ਦੇ ਵਿੱਚ ਇਹਨਾਂ ਨੇ ਇੱਕ ਇਹ ਵੀ ਮੰਗ ਰੱਖੀ ਸੀ ਕਿ ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ ਦਿੱਤਾ ਜਾਏ। ਹਾਂਜੀ, 1 ਘੰਟੇ ਦਾ ਪ੍ਰੋਗਰਾਮ। ਮੈਨੂੰ ਅੱਜ ਤੱਕ ਵੀ ਉਹ ਸ਼ਬਦ ਯਾਦ ਨੇ, ਇੰदिरा गांधी ਦੇ ਜੋ ਸਕੇਤ ਮੰਡੀ ਹੈਲੀਕਾप्टर ਤੇ ਉਤਰੀ, ਅਕਾਲੀਆਂ ਕੀ ਮਾंगे बढ़ती जाती हैं, इनका क्या करूं, है ना, बाकी धर्मों वाले भी ऐसा बोलेंगे, है ना, चलो ने रोल ਦਿੱਤਾ ਜੀ। ਅੱਜ ਤਾਕਤ ਇਹਨਾਂ ਦੇ ਆਪਣੇ ਹੱਥੇ। ਅੱਜ ਹਰਿਮੰਦਰ ਸਾਹਿਬ ਤੋਂ ਦੇਖ ਲਓ, ਇਹਨਾਂ ਨੇ ਜਿੱਡੀ ਵੱਡੀ ਲੁੱਟ TV ਸਟੇਸ਼ਨ ਦੇ ਨਾਂ ਤੇ ਸ਼ੁਰੂ ਕੀਤੀ ਹੋਈ ਹੈ। ਇਹੋ ਜਿਹੇ ਕਿਤੇ ਲਾਈਵ ਪ੍ਰੋਗਰਾਮ ਉੱਥੋਂ ਦਿੱਤਾ ਹੋਏ, ਹਾਂਜੀ, ਦੁਨੀਆ ਭਰ ਚ ਕਿਤੇ ਸਾਨੂੰ ਦੱਸਣ ਦੀ ਲੋੜ ਨਹੀਂ ਕਿ ਸਿੱਖ ਕੌਣ ਨੇ ਜੀ। ਬਿਲਕੁਲ, ਅਸਲ ਵਿੱਚ ਜਿਹੜੀ ਨਾ ਕਹਾਣੀ, ਇਹ ਸਵਾਲ ਜਿਹੜੇ ਪੁੱਛਣ ਵਾਲੇ, ਇਹਨਾਂ ਚ ਜਾਣ ਵਾਲਿਆਂ ਚ, ਸੈਮੀਨਾਰ ਚ ਜਾਣ ਵਾਲੇ ਚ ਕਿਸੇ ਚ ਹਿੰਮਤ ਨਹੀਂ ਕਿ ਕੋਈ ਗੱਲ ਕਰੇ ਸਹੀ ਉੱਥੇ ਜਾ ਕੇ। ਹਾਂਜੀ, ਬੇਅੰਤ ਗੱਲਾਂ ਹੋਰ ਨੇ, ਥੋੜੀਆਂ ਨੇ, ਉਹ ਬੜੀ ਲੰਬੀ ਲਿਸਟ ਹੈ ਇਹਨਾਂ ਗੱਲਾਂ, ਇਹਨਾਂ ਬੇਵਫਾਈਆਂ ਦੀ, ਇਹਨਾਂ ਘਟਨਾਵਾਂ ਦੀ ਬੜੀ ਲੰਬੀ ਲਿਸਟ ਹੈ। ਪਰ ਪਤਾ ਨਹੀਂ ਇਹ ਲੋਕ ਕਿਉਂ ਉੱਥੇ ਜਾ ਕੇ ਉਹ 2 ਦਿਨ ਨਾਚ ਗਾਣਾ ਵੇਖ ਕੇ ਤੇ ਇਹਨਾਂ ਦੇ ਚੁਟਕਲੇ ਸੁਣ ਕੇ ਤੇ ਵਾਪਸ ਤੁਰ ਆਉਂਦੇ ਨੇ। ਸਵਾਲ ਕੋਈ ਨਹੀਂ ਕਰਦਾ ਜੀ। ਇਹਨਾਂ ਸੈਮੀਨਾਰਾਂ ਚੋਂ ਨਾ ਕੁਛ ਪਿਛਾਂਹ ਨਿਕਲਿਆ, ਨਾ ਗਾਂਹ ਨਿਕਲਣਾ। ਹਾਂਜੀ ਜੀ, ਨਾ ਕੋਈ ਆਸ ਹੈ।
ਤੇ ਇਹ ਇੱਕ ਨਾ ਪੱਛਮੀ ਕਹਾਵਤ ਸੀਗੀ ਭਈ ਤੁਸੀਂ ਮੈਨੂੰ ਇੱਕ ਵਾਰ ਮੂਰਖ ਬਣਾਇਆ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੇ ਦੂਜੀ ਵਾਰ ਮੈਂ ਮੂਰਖ ਬਣਿਆ, ਸ਼ਰਮ ਆਉਣੀ ਚਾਹੀਦੀ। ਪਰ ਪਤਾ ਨਹੀਂ ਸਾਡੇ ਬੰਦੇ ਜਾਂ ਤਾਂ ਵਾਕਿਆ ਹੀ ਅਸੀਂ ਮੰਨ ਹੀ ਲਈਏ ਕਿ ਅਸੀਂ ਹੈ ਹੀ ਮੂਰਖ ਕਿ ਜਾਂ ਅਸੀਂ ਵਾਰ-ਵਾਰ ਕਿਉਂ ਬਣਦੇ ਆ। ਇਹ 'ਚ ਕੁਛ ਨਿਕਲਣਾ ਨਹੀਂ, ਨਾ ਪਿਛਾਂਹ ਨਿਕਲਿਆ ਨਾ ਗਾਂਹ ਨਿਕਲਣਾ। ਹਾਂਜੀ, ਹੋਰ ਇਸ ਤੋਂ ਇਲਾਵਾ ਬੜਾ ਕੁਛ ਹੋਰ ਕਹਿਣ ਨੂੰ ਹੈ ਤੇ ਮੈਂ ਤੇ ਇਹਨਾਂ ਕਹਾਂ ਕਿ ਅਸੀਂ ਇਨਸਾਫ ਪਸੰਦ ਲੋਕ ਹਾਂ। ਮੈਂ ਤੁਹਾਨੂੰ 2 ਐਗਜ਼ਾਮਪਲਾਂ ਦੇਤੀਆਂ ਨੇ। ਇੱਕ ਇਨਸਾਫ ਮਿਲਿਆ ਸੀ ਤੇ ਦੁਨੀਆ ਭਰ ਚ ਸੀ ਕੈਪਟਨ ਸਾਹਿਬ ਦਾ ਸਵਾਗਤ ਕੀਤਾ ਸੀ। ਇੱਕ ਇਨਸਾਫ ਦੀ ਕਿਰਨ ਜਾਗੀ ਸੀ ਤੇ ਮਿਸਾਲਾਂ, ਇਤਿਹਾਸਕ ਮਿਸਾਲਾਂ ਨੇ ਕਿ ਮੈਂ ਕੋਲੋਂ ਨਹੀਂ ਡਾਰਿਆ ਕਿ ਹਜ਼ਾਰਾਂ ਦੇ ਹਿਸਾਬ ਨਾਲ ਸਰੀ ਚ ਇਕੱਠ ਹੋਇਆ ਸੀ। ਪਤਾ ਨਹੀਂ ਇਹਨਾਂ ਨੂੰ ਅਸੀਂ ਕਿਉਂ ਮਹੱਤਵਾਦੀ ਨਜ਼ਰ ਆਉਂਦੇ ਆ, ਇਹ ਤਾਂ ਇਹੋ ਜਵਾਬ ਦੇ ਸਕਦੇ ਨੇ। ਜੀ ਬਿਲਕੁਲ। ਤੇ ਵੀਰ ਜੀ, ਸਿੱਖ ਮਸਲੇ ਦਾ ਸਵਾਲ ਤੁਹਾਡੇ ਕੋਲ ਹੋਰ ਵੀ ਬਹੁਤ ਨੇ। ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਗਦੀਸ਼ ਭੋਲੇ ਨੇ ਇਹ ਭੇਦ ਖੋਲ੍ਹਿਆ ਹੈ ਕਿ ਵਿਕਰਮਜੀਤ ਮਜੀਠੀਆ ਇਸ ਡਰੱਗ ਮਾਫੀਆ ਦਾ ਸਰਗਨਾ ਹੈ, ਇਸ ਬਾਰੇ ਤੁਹਾਡੇ ਕੀ ਖਿਆਲ ਨੇ? ਵੇਖੋ ਜੀ, ਉਹ ਵੀ ਸਵਾਲ ਤੁਹਾਡਾ ਬੜਾ ਸੋਹਣਾ ਹੈ। ਇੱਕ ਸਭ ਤੋਂ ਹੈਰਾਨੀ ਦੀ ਗੱਲ ਹੈ, ਭਾਵੇਂ ਕਿ ਜਾਨੇ ਖਹਿਰਾ ਸਾਹਿਬ ਉਹਨਾਂ ਨੇ ਵੀ ਕਾਫੀ ਸੋਹਣੀ ਗੱਲਬਾਤ ਕੀਤੀ ਹੈ ਜੀ। ਸਭ ਸੋਹਣੀ ਗੱਲ ਜਿਹੜੀ ਇਹਦੇ ਵਿੱਚ ਇਹ ਹੈ ਕਿ ਇਹ ਜਿਹੜੀ ਸਟੇਟਮੈਂਟ ਦੇ ਦਿੰਦੇ, ਦੇਖੋ ਜੀ, ਇੱਕ ਅਪਰਾਧੀ ਜਿਹੜਾ ਉਹ ਦੋਸ਼ ਲਾ ਰਿਹਾ। ਹੈਰਾਨੀ ਦੀ ਗੱਲ ਦੇਖੋ ਕਿ ਜਦੋਂ ਕਿਸੇ ਵੀ ਅਪਰਾਧੀ ਨੂੰ ਫੜਦੇ ਨੇ ਤੇ ਜਦੋਂ ਉਹਦੀ ਛਾਣਬੀਣ ਕਰਦੇ ਨੇ ਤੇ ਉਹਨੂੰ ਇਹ ਪੁੱਛਦੇ ਨੇ ਕਿ ਦੱਸ ਤੇਰੇ ਨਾਲ ਹੋਰ ਕੌਣ ਕੌਣ ਹੈ। ਜਿਹੜਾ ਸ਼ਤਰੋੜ ਫੇਰਦੀ ਹੈ ਪੰਜਾਬ ਪੁਲਿਸ ਤੇ ਨਾਲ ਉਹ ਸਟੇਟਮੈਂਟ ਆ ਉਹ ਜੀ, ਉੱਥੋਂ ਜਦੋਂ ਰਿਮਾਂਡ ਲੈਣ ਜਾਂਦੀ ਉੱਥੇ ਵੀ ਉਹਨਾਂ ਨੇ ਇਹੋ ਹੀ ਦਲੀਲ ਰੱਖੀ ਹੁੰਦੀ ਹੈ ਕਿ ਅਸੀਂ ਕੋਈ ਇਨਵੈਸਟੀਗੇਸ਼ਨ ਕਰਨੀ ਹੈ ਜੀ ਵੀ ਹੋਰ ਇਹਦੇ ਨਾਲ ਕਿਹੜਾ ਉਦੋਂ ਵੀ ਤੇ ਉਹ ਦੋਸ਼ੀ ਹੁੰਦਾ। ਉਦੋਂ ਉਹ ਅਪਰਾਧੀ ਨਹੀਂ ਹੁੰਦਾ। ਉਹ ਅਪਰਾਧੀ ਕੋਲੇ ਪੁੱਛਦੇ ਨੇ ਸਾਰਾ ਕੁਛ ਤੇ ਅਪਰਾਧੀ ਹੀ ਦੱਸਦਾ ਕਿ ਮੇਰੇ ਨਾਲ ਆਹ ਬੰਦੇ ਹੋਰ ਨੇ ਜਿਹੜੇ ਮੇਰੇ ਨਾਲ ਕੰਮ ਕਰਦੇ ਨੇ। ਤੇ ਹੁਣ ਕਹਿੰਦੇ ਨੇ ਕਿ ਨਹੀਂ, ਇੱਕ ਅਪਰਾਧੀ ਦਾ ਦੋਸ਼ ਲੱਗਣ ਨਾਲ ਕਿੰਨੀ ਹਾਸੋਹੀਣੀ ਗੱਲ ਹੈ। ਤੇ ਇਨਵੈਸਟੀਗੇਸ਼ਨ ਤੁਸੀਂ ਕਰਨ ਡਏ ਹੋ ਤੇ ਇਨਵੈਸਟੀਗੇਸ਼ਨ ਤੇ ਇੱਕ ਅਪਰਾਧੀ ਨੇ ਦੱਸਣਾ ਹੈ ਕਿ ਮੈਂ ਇਕੱਲਾ ਨਹੀਂ, ਮੇਰੇ ਨਾਲ ਆਹ ਹੋਰ ਨੇ, ਹਨਾ। ਤੇ ਹੁਣ ਇਹ ਕਹਿ ਰਹੀ ਸਟੇਟਮੈਂਟ ਦੇ ਰਹੇ ਨੇ ਕਿ ਨਹੀਂ, ਇੱਕ ਅਪਰਾਧੀ ਦੇ ਕਹਿਣ ਤੇ ਥੋੜਾ ਦੋਸ਼ ਲੱਗ ਜਾਣੇ ਨੇ। ਹੁਣ ਦੱਸੋ ਤੁਸੀਂ ਆਪ ਹਿਸਾਬ ਲਾ ਲਓ ਕਿ ਇਹਦੋਂ ਵੱਧ ਹੋਰ ਕਿਹੜੀ ਹਾਸੋਹੀਣੀ ਗੱਲ ਹੈ ਔਰ ਕੀ ਕਰ ਸਕਦੇ ਤੁਸੀਂ। ਦੂਜੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਨਾ, ਇਹਦਾ ਬਣਨਾ ਕੁਛ ਨਹੀਂ, ਕਿਉਂਕਿ ਇਹ ਮੈਂ ਸਮਝ ਕਿ ਮਜੀਠੀਆ ਤੱਕ ਵੀ ਇਹ ਬੰਦੇ ਵੀ ਮੋਹਰੇ ਨੇ। ਵਰਤਣ ਵਾਲਾ ਜਿਹੜਾ ਸਕੀਮ ਪਿੱਛੋਂ ਚੱਲਣ ਰਹੀ ਹੈ ਨਾ ਸਿੱਖੀ ਨੂੰ ਖਤਮ ਕਰਨ ਲਈ, ਉਹ ਉੱਪਰਲੀ ਹੈ। ਇਹ ਸਾਰੇ ਹੇਠਲੇ ਮੋਹਰੇ ਨੇ ਤੇ ਉਹਨਾਂ ਨੇ ਕੁਛ ਨਹੀਂ ਹੋਣ ਦੇਣਾ ਇਹਦਾ। ਉਹਨਾਂ ਨੂੰ ਪਤਾ ਹੈ ਕਿ ਇਹ ਸਿੱਖ ਜਿਹੜੇ ਨੇ ਇਹ ਗੋਲੀ ਨਾਲ ਵੀ ਨਹੀਂ ਮਰੇ, ਇਹਨਾਂ ਨਾਲ ਬੜਾ ਕੁਛ ਕਰਕੇ ਫਿਰ ਉੱਭਰ ਪੈਂਦੇ ਨੇ। ਹੁਣ ਤੁਹਾਡੇ ਸਾਹਮਣੇ ਮਿਸਾਲਾਂ ਨੇ। ਮਾੜੀ ਜੀ ਰਾਜੋਣੇ ਦੀ ਗੱਲ ਲਾ ਲਓ ਤਾਂ ਕਿੱਦਾਂ ਜਾਗੇ ਹੁਣ ਸਿੱਖ। ਹੁਣ ਗੁਰਬਖਸ਼ ਸਿੰਘ ਵਾਲੀ ਗੱਲ ਲਾ ਲਓ, ਇੱਕਦਮ ਹੀ ਫਿਰ ਜਦੋਂ ਮਾੜੀ ਜੀ ਆਸ ਕਰਨ ਜਾਪੀ ਫਿਰ ਜਾਗੇ ਨੇ, ਹਨਾ। ਤੇ ਸਭ ਤੋਂ ਵਧੀਆ ਹਥਿਆਰ ਇਹਨਾਂ ਨੂੰ ਖਤਮ ਕਰਨ ਵਾਸਤੇ ਇਹੋ ਹੀ ਹੈ। ਸੋ ਉਹ ਪਿੱਛੇ ਬੈਠੇ ਨੇ ਜਿਹੜੇ ਕਰਨ ਵਾਲੇ ਨੇ। ਇਸ ਕਰਕੇ ਆਈ ਡੋਂਟ ਥਿੰਕ ਇਹਦੇ ਬਾਰੇ ਕੁਛ ਇਹਦਾ ਕੋਈ ਹੋਰ ਹੱਲ ਨਿਕਲੇਗਾ ਜਾਂ ਇਹਦੇ ਬਾਰੇ ਕੁਛ ਹੋਰ ਇਹ ਕਰ ਸਕਣਗੇ। ਜੀ ਬਿਲਕੁਲ। ਜੇ ਤੁਸੀਂ ਗੱਲ ਕੀਤੀ ਕਿ ਉੱਤੋਂ ਹੀ ਸਕੀਮ ਚੱਲ ਰਹੀ ਹੈ, ਇੱਕ ਪਾਸੇ ਇਹ ਵੀ ਗੱਲ ਹੋਈ ਕਿ RSS ਦੇ ਮੁਖੀ ਭਾਗਵਤ ਨੇ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਕਿਹਾ ਹੈ। ਉਹਨੇ ਕਿਹਾ ਕਿ ਭਾਰਤ ਦੇ ਵਿੱਚ ਜਿੰਨੇ ਵੀ ਸ਼ਖਸ ਹਨ ਉਹ ਸਾਰੇ ਹਿੰਦੂ ਹਨ। ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਇਹ ਵੀ ਜਾਣਕਾਰੀ ਦਿਓ। ਵੇਖੋ ਭੈਣ ਜੀ, ਮੈਂ ਇੱਕ ਸੈਂਟੈਂਸ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿਸ ਦਿਨ ਤੋਂ ਲੈ ਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੀ ਰਚਨਾ ਸ਼ੁਰੂ ਕੀਤੀ ਹੈ ਨਾ ਤੇ ਉਸ ਦਿਨ ਤੋਂ ਲੈ ਕੇ ਮਨੁੱਖਤਾ ਦੇ ਦੁਸ਼ਮਣ, ਮੈਂ ਇਹਨਾਂ ਨੂੰ ਮਨੁੱਖਤਾ ਦੇ ਦੁਸ਼ਮਣ ਕਹਿੰਦਾ ਹੁੰਦਾ, ਉਹ ਅੱਜ ਤੱਕ ਸੁੱਤੇ ਨਹੀਂ। ਅੱਜ ਤੱਕ ਲਗਾਤਾਰ ਉਸ ਤੋਂ ਲੈ ਕੇ ਤੁਸੀਂ ਇਤਿਹਾਸ ਪੜ੍ਹ ਲਓ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉਹ ਲਗਾਤਾਰ ਇਹਨੂੰ ਵੱਖ-ਵੱਖ ਤਰੀਕਿਆਂ ਨਾਲ ਬਰਬਾਦ ਕਰਨ ਵਾਸਤੇ ਤੁਲੇ ਰਹੇ ਨੇ। ਇਸ ਤੋਂ ਪਹਿਲਾਂ ਜੇ ਸ਼ੁਕਰ ਇਹਨਾਂ ਤੋਂ ਪਹਿਲਾਂ ਦਾ ਦਰਸ਼ਨ ਹੁੰਦਾ ਸੀ ਪ੍ਰਧਾਨ, ਇਹ ਮੇਰੇ ਖਿਆਲ ਦੇਰ ਹੋ ਗਈ ਇਸ ਗੱਲ ਨੂੰ, ਇਹ ਉਦੋਂ ਰੇਡੀਓ ਟਾਕ ਸ਼ੋ ਤੇ ਇਸ ਵਿਸ਼ੇ ਤੇ ਗੱਲ ਹੋਈ। ਉਹ ਕੈਨੇਡਾ ਦੀ ਗੱਲ ਹੈ। ਇੱਥੇ ਇਹ ਆਇਆ ਪੰਜਾਬ ਚ, ਦੱਸੋ ਜੀ ਤੁਹਾਡੀ ਮੈਂ ਗੱਲ ਕਰਦਾ, ਮੈਂ ਮਸਲੇ ਮੇਰੇ ਨਾਲ ਬਹਿ ਕੇ ਮੀਟਿੰਗ ਕਰੋ। ਉਦੋਂ ਵੀ ਮੈਂ ਇਸ ਗੱਲ ਤੇ ਰੇਡੀਓ ਤੇ ਵੀ ਟਿੱਪਣੀ ਕੀਤੀ ਸੀ ਵੀ ਤੇਰੇ ਕੋਲ ਪਾਵਰ ਕੀ ਹੈ, ਤੇਰੇ ਨਾਲ ਗੱਲ ਕਿਸ ਕਰਕੇ ਅਸੀਂ ਕਰੀਏ। ਤੁਹਾਡੇ ਚਾਚੇ ਨੇ ਪਹਿਲੋਂ ਉਹਨੇ ਸਾਡੇ ਨਾਲ ਵਾਅਦਾ ਕੀਤੇ, ਉਹ ਮੁੱਕਰਿਆ। ਫਿਰ ਤੁਹਾਡੇ ਬਾਪੂ ਨੇ ਵਾਅਦੇ ਕੀਤੇ ਸਾਡੇ ਨਾਲ, ਉਹ ਮੁੱਕਰਿਆ। ਮੁੜ ਕੇ ਤੁਹਾਡੀ ਮਾਤਾ ਦੁਰਗਾ ਨੇ ਵਾਅਦਾ ਕੀਤੇ ਸਾਡੇ ਨਾਲ, ਉਹ ਮੁੱਕਰਿਆ। ਤੇਰੇ ਕੋਲ ਹੈ ਹੀ ਕੱਖ ਨਹੀਂ ਜੀ। ਤੂੰ ਇੱਥੇ ਕੀ ਕਰਨ ਆ ਗਿਆ, ਕੀ ਤੂੰ ਕਹਿਣਾ ਚਾਹੁੰਦਾ? ਮਤਲਬ ਇਹਨਾਂ ਦਾ ਕਿ ਜੇ ਇਹ ਸਵਾਲ ਇਹ ਹੈ ਕਿ ਇਹਨਾਂ ਦੇ ਪੱਲੇ ਕੁਛ ਨਹੀਂ। ਜੇ ਇਹ ਆਪ ਜੇ ਹੁਣ ਤੁਸੀਂ ਮੈਨੂੰ ਹੁਣ ਬਾਰ ਮੈਂ ਚਾਹੁੰਦਾ ਨਹੀਂ ਕਿਸੇ ਧਰਮ ਬਾਰੇ ਮਤਲਬ ਖਰ, ਸਾਨੂੰ ਖੁਸ਼ੀ ਹੈ, ਸਾਨੂੰ ਮੁਬਾਰਕ ਹੈ। ਜਰਨੈਲ ਸਿੰਘ ਵੀ ਖਬਰ ਕਹਿੰਦੇ ਨੇ ਕਿ ਤੁਸੀਂ ਹਿੰਦੂ ਆਪਣਾ ਹਿੰਦੂ ਪੱਕਾ ਬਣ ਕੇ, ਸਾਨੂੰ ਕੋਈ ਇਤਰਾਜ਼ ਨਹੀਂ। ਮੁਸਲਮਾਨ ਆਪਣਾ ਪੱਕਾ ਮੁਸਲਮਾਨ ਬਣਿਆ ਰਹੇ, ਸਿੱਖ ਆਪਣਾ ਸਿੱਖ ਬਣੇ, ਸਾਨੂੰ ਕੋਈ ਮਤਲਬ ਨਹੀਂ ਇਸ ਗੱਲ ਨਾਲ। ਤੁਸੀਂ ਸਾਨੂੰ ਜੀਓ ਤੇ ਜਿਉਣ ਦਿਓ। ਪਰ ਇਹਨਾਂ ਦੇ ਕੋਲ ਕੁਛ ਨਹੀਂ। ਮਤਲਬ ਇਹਨਾਂ ਦੀ ਆਪਣੀ ਬਣੀ ਹੋਈ ਉਹ ਮੂਵੀ ਵੇਖ ਲਓ, ਉਹ ਜਿਹੜੀ ਪਿੱਛੇ ਜੇ ਵੇਖਿਆ ਵੀ ਪੱਥਰਾਂ ਦੇ ਪੌਦਿਆਂ ਦੀ ਦੁੱਧ, ਤੇ ਜੋ ਚਲੋ ਮੈਂ ਬੜਾ ਕੁਛ ਹੋਰ ਆ ਉਹਦੇ ਬਾਰੇ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਚਾਹੁੰਦਾ। ਸੋ ਉਹ ਇੱਕ ਕਾਰਨ ਹੈ ਕਿ ਆਪਣੇ ਪੱਲੇ ਕੁਛ ਨਹੀਂ, ਉਹਦੀ ਵਜ੍ਹਾ ਕਰਕੇ ਕੁਛ ਨਾ ਕੁਛ ਸੱਜੇ ਖੱਬੇ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਇਹੋ ਜਿਹੀਆਂ। ਤੇ
ਜਿਹੜੀਆਂ ਕਿ ਜ਼ਿਆਦਾ ਠੀਕ ਨਹੀਂ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ, ਅਸੀਂ 2 ਮਿੰਟ 'ਚ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਸਿੱਖ ਜਿਸ ਵੱਲ ਤੁਰ ਪੈਂਦੇ ਉਸ ਤਰ੍ਹਾਂ ਭੇਡ ਚਾਲ ਸ਼ੁਰੂ ਹੋ ਜਾਂਦੀ ਹੈ, ਉਹਨਾਂ ਨੂੰ ਕਿਸੇ ਪਾਸੇ ਇਸ਼ਾਰਾ ਦਿਖਦਾ ਉਸ ਤਰਫ ਤੁਰ ਪੈਂਦੇ ਨੇ। ਇਸੇ ਤਰ੍ਹਾਂ ਜਦੋਂ 2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਰੋਲ ਨੂੰ ਲੈ ਕੇ ਕਾਫੀ ਚਰਚਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਦੀ ਜਿੱਤ ਤੋਂ ਬਾਅਦ ਕਈਆਂ ਦਾ ਝੁਕਾਅ ਇਸ ਵੱਲ ਹੋਇਆ, ਕਾਫੀ ਸਿੱਖ ਐਕਟਿਵਿਸਟ ਵੀ ਇਸ ਵੱਲ ਝੁਕਾਅ ਕੀਤਾ ਹੈ। ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਕਦੀ ਸਿੱਖਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰੇਗੀ? ਇਸ ਬਾਰੇ ਵੀ ਜਾਣਕਾਰੀ ਦਿਓ। ਮੈਂ ਤਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਕੇਜਰੀਵਾਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਇੱਕ ਗੱਲ ਤੋਂ, ਉਹਨੇ ਇੱਕ ਕੰਮ ਬਹੁਤ ਵਧੀਆ ਕੀਤਾ ਹੈ ਜੀ ਕਿ ਜਿਹੜੇ ਸਾਡੇ ਸਿੱਖ ਚਿੰਤਕ ਸਨ ਉਹ ਬੜੇ ਚਿਰ ਤੋਂ ਇਸ ਗੱਲ ਦੀ ਰੌਲੀ ਪਾ ਰਹੇ ਸਨ ਜੀ, ਤੇ ਜਿਹੜੇ ਆ ਗਾਂਧੀਵਾਦੀ ਸਿਆਸਤਦਾਨ ਨੇ ਦੁਨੀਆ ਭਰ ਦੇ, ਇਹਨਾਂ ਨੇ ਇੱਕ ਸ਼ਬਦ ਬੜਾ ਜ਼ਿਆਦਾ ਪ੍ਰਚਾਰਿਆ, ਪ੍ਰੋਪਗੈਂਡਾ, ਜਿਹੜਾ ਮੈਂ ਅੱਗੇ ਵੀ ਦੱਸ ਹਟਿਆ, ਵਰਲਡਸ ਲਾਰਜੈਸਟ ਡੈਮੋਕ੍ਰੇਸੀ। ਹਾਂਜੀ। ਤੇ ਸਾਡੇ ਸਿੱਖ ਚਿੰਤਕ ਇਸ ਗੱਲ ਤੇ ਬੜਾ ਲੋਕਾਂ ਨੂੰ ਜਾਗਰੂਕ ਕਰਦੇ ਨੇ ਕਿ ਇਹਦੀ ਰਿਐਲਿਟੀ ਆ ਇਸ ਡੈਮੋਕ੍ਰੇਸੀ ਦੀ, ਇੱਥੇ ਮਤਲਬ ਘੱਟ ਗਿਣਤੀ ਨੂੰ ਕੁਚਲਿਆ ਜਾ, ਬੜਾ ਕੁਛ ਲਿਖਿਆ ਆਪਣੇ ਜਿਹੜੇ ਸਿੱਖ ਚਿੰਤਕ ਨੇ। ਤੇ ਕਈ ਵਾਰੀ ਸਾਡੇ ਆਪਣੇ ਬੰਦੇ ਵੀ ਜਿਹੜੇ ਨੇ, ਸਿੱਖ ਵੀ ਜਿਹੜੇ ਨੇ, ਉਹਨਾਂ ਸਿੱਖ ਚਿੰਤਕਾਂ ਦੇ ਜਿਹੜੇ ਲਿਖਾਰੀ ਨੇ, ਜਿਨ੍ਹਾਂ ਨੇ ਵਿਚਾਰੇ ਨੇ ਇਹਨਾਂ ਨੇ ਕਲਮਾਂ ਚਲਾਈਆਂ ਨੇ, ਮਿਹਨਤਾਂ ਕਰਕੇ ਲੋਕਾਂ ਨੂੰ ਜਾਗਰੂਕ ਕਰਨ, ਉਹਨਾਂ ਦੇ ਖਿਲਾਫ ਹੋਏ ਕਿ ਯਾਰ ਇੱਕ ਦਾ ਪ੍ਰੋਪਗੈਂਡਾ ਕਰਦੇ ਨੇ, ਬੜੀ ਸੋਹਣੀ ਡੈਮੋਕ੍ਰੇਸੀ, ਬੜੇ ਆਰਾਮ ਨਾਲ ਰਹਿਣ ਡਏ ਆ। ਪਰ ਅੱਜ ਮੈਂ ਇਸ ਗੱਲ ਕਰਕੇ ਕੇਜਰੀਵਾਲ ਦਾ ਧੰਨਵਾਦੀ ਹਾਂ ਸਭ ਤੋਂ ਵੱਡਾ, ਕਿ ਉਸ ਬੰਦੇ ਨੇ ਉਸ ਡੈਮੋਕ੍ਰੇਸੀ ਦਾ ਭਾਂਡਾ ਜਿਹੜਾ ਉਹ ਚਰਾਹੇ 'ਚ ਭੰਨਿਆ ਜੀ, ਤੇ ਉਹ ਸਬੂਤ ਹੈ ਕਿ ਲੋਕ ਇੱਕਦਮ ਉਹਦੇ ਨਾਲ ਜਿਹੜਾ ਏਡਾ ਹੰਗਾਮਾ ਖੜਾ ਹੋ ਕੇ ਉਹਦੇ ਨਾਲ ਇੱਕਦਮ ਮਤਲਬ ਜੁੜਨ ਦੀ ਕੋਸ਼ਿਸ਼ ਲੋਕਾਂ ਨੇ ਕੀਤੀ ਹੈ। ਇਹ ਇੱਕ ਪੱਕਾ ਸਬੂਤ ਹੈ ਕਿ ਲੋਕ ਕਿੰਨੇ ਕੁ ਲਾਚਾਰ, ਕਿੰਨੇ ਕੁ ਤੰਗ ਇਸ ਡੈਮੋਕ੍ਰੇਸੀ ਤੋਂ ਸਨ ਪਹਿਲੋਂ, ਹਾਂਜੀ, ਘੱਟ ਗਿਣਤੀਆਂ ਦੇ ਕਿੰਨੇ ਕਿਸ ਜ਼ੁਲਮ ਤੋਂ ਅੱਕ ਚੁੱਕੇ ਨੇ ਲੋਕ। ਉਹ ਇਸ ਗੱਲ ਨੂੰ ਸਾਬਤ ਕਰਦਾ ਕਿ ਉੱਥੇ ਕੋਈ ਡੈਮੋਕ੍ਰੇਸੀ ਨਹੀਂ, ਉੱਥੇ ਹਰ ਘਟੀਆ ਹਰਬਾ ਵਰਤਿਆ ਜਾਂਦਾ ਰਿਹਾ, ਘੱਟ ਗਿਣਤੀਆਂ ਨਾਲ ਜ਼ੁਲਮ ਦਾ ਵੀ, ਤੇ ਆਰਥਿਕ ਤੌਰ ਤੇ ਵੀ ਲੋਕਾਂ ਨੂੰ ਕਮਜ਼ੋਰ ਕਰਨ ਦਾ ਹਰ ਹਰਬਾ। ਔਰ ਉਸ ਤਬਾਹੀ ਚੋਂ ਲੋਕ ਨਿਕਲ ਕੇ ਕਿਤੇ ਭੱਜ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਕਿਤੇ ਇੱਕ ਆਸਰਾ ਲੱਭਾ ਤੇ ਉਹ ਇੱਧਰ ਨੂੰ ਭੱਜ ਤੁਰੇ ਨੇ। ਉਹਨੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਉੱਥੇ ਕੋਈ ਡੈਮੋਕ੍ਰੇਸੀ ਬਿਲਕੁਲ ਨਹੀਂ ਸੀ। ਜੀ ਬਿਲਕੁਲ, ਹਰ ਗੱਲ ਦੇ ਵਿੱਚ ਧੱਕਾ ਹੁੰਦਾ ਰਿਹਾ। ਤੇ ਆਉਣ ਵਾਲੀ ਗੱਲ ਜਿਹੜੀ ਹੈ, ਜੇ ਇੱਕ ਮਿੰਟ ਮੈਨੂੰ ਹੋਰ ਸਮਾਂ ਦੇ ਦਿਓ, ਤੁਹਾਨੂੰ ਦੱਸ ਦਿਆਂਗਾ ਕਿ ਇਹ ਘਟਨਾ ਸਾਡੇ ਨਾਲ ਇਸ ਤਰ੍ਹਾਂ ਦਾ ਇੱਕ ਵਾਰੀ ਪਹਿਲਾਂ ਵੀ ਵਾਪਰਿਆ 89 ਵਿੱਚ ਵੀ, ਜਦੋਂ 84 ਤੋਂ ਇਲੈਕਸ਼ਨ ਜਿੱਤ ਗਈ ਇੰਦਰਾ ਗਾਂਧੀ, ਤੇ 89 ਦੇ ਵਿੱਚ ਫਿਰ ਉਦੋਂ VP ਸਿੰਘ ਪ੍ਰਧਾਨ ਮੰਤਰੀ ਬਣਿਆ, ਉਦੋਂ ਵੀ ਸਿੱਖਾਂ ਨੂੰ ਇੱਕ ਆਸ ਜਾਗੀ ਸੀ ਤੇ ਯਾਰ ਮੈਂ ਵੀ ਉਹਨਾਂ ਦੇ ਵਿੱਚ ਸਪੋਰਟਰ ਸਾਂ ਵੀ ਅਸੀਂ ਇਹਨਾਂ ਨੂੰ ਹਰਾਉਣਾ ਤੇ ਅਸੀਂ ਇਹਨਾਂ ਨਾਲ ਤੁਰਨਾ। BJP ਵਾਲੇ ਨੂੰ ਉਦੋਂ ਜਨਤਾ ਦਲ ਹੁੰਦੇ ਸਨ, ਹਾਂਜੀ, ਤੇ ਉਦੋਂ ਵੀ ਏਦਾਂ ਦੀ ਇੱਕ ਲਹਿਰ ਬਣੀ ਸੀ। ਤੇ ਉਹਦੇ ਚੋਂ ਵੀ ਕੀ ਨਿਕਲਿਆ ਸੀ, ਉਹਨੇ ਪੰਜਾਬ 'ਚ ਇਲੈਕਸ਼ਨ ਰੋਕ ਕੇ 3 ਵਾਰ ਸੰਵਿਧਾਨ 'ਚ ਰੋਕ ਕੀਤੀ, ਉਹਨਾਂ ਨੇ ਫਿਰ ਇਕੱਠੇ ਹੋ ਕੇ ਉੱਥੇ ਇਹੋ ਕੁਛ ਹੀ ਕੀਤਾ ਜੀ, ਮਤਲਬ ਸੋਧ ਕਰਕੇ ਇੱਕ ਪੰਜਾਬ 'ਚ ਲੈ ਕੇ ਰੋਕ ਦੇਣੇ ਨੇ। ਫਿਰ ਉਹਨੇ ਰੱਥ ਯਾਤਰਾ ਅਡਵਾਨੀ ਨੇ ਤੋਰ ਲਈ, ਮਤਲਬ ਇੱਥੇ ਦੱਸਾਂ ਹੁਣ ਕਿੱਥੇ ਮੇਰਾ ਰਾਜ ਚੱਲਦਾ ਹੈ। ਤੇ ਖਾਣਾ ਤੇ ਅਸੀਂ ਹੁਣ ਵੀ ਧੋਖਾ ਹੀ ਹੈ, ਪਰ ਦੂਜੇ ਪਾਸੇ ਸਾਡੇ ਕੋਲ ਚੁਆਇਸ ਕੋਈ ਨਹੀਂ ਨਜ਼ਰ ਆਉਂਦੀ ਸਾਹਮਣੇ ਸਾਡੇ ਹਾਲ ਤੱਕ, ਕਿਉਂਕਿ ਸਾਡੇ ਜਿਹੜੇ ਸਿੱਖ ਉੱਥੇ ਲੀਡਰ ਹੈਗੇ ਨੇ ਉਹ ਆਪਣਾ ਕੋਈ ਪਲੇਟਫਾਰਮ ਕੋਈ ਇਹੋ ਜਿਹਾ ਪਬਲਿਕ ਨੂੰ ਦੇ ਨਹੀਂ ਸਕੇ। ਤੇ ਹਾਲ ਦੀ ਘੜੀ ਸਾਡੀ ਉਹ ਬੇਬਸੀ ਜੀ ਨਜ਼ਰ ਆਉਂਦੀ ਹੈ, ਮੈਨੂੰ ਤਾਂ ਹੋਰ ਕੋਈ ਗੱਲ ਨਜ਼ਰ ਨਹੀਂ ਆ ਰਹੀ। ਜੀ ਬਿਲਕੁਲ। ਤੇ ਵੀਰ ਜੀ, ਸਿੱਖ ਮਸਲਿਆਂ ਤੇ ਸਵਾਲ ਸਾਡੇ ਕੋਲ ਹੋਰ ਵੀ ਬਹੁਤ ਨੇ ਤੁਹਾਡੇ ਲਈ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਡੇ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ। ਇਸੇ ਤਰ੍ਹਾਂ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।